नमस्कार। देश विदेश ਵਿੱਚ SDTV ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਵਰਾ ਤੇ ਮੈਂ ਹਾਂ ਰਣ ਬਹਾਦਰ ਸਿੰਘ। ਦੋਸਤੋ ਲੈ ਕੇ ਹਾਜ਼ਰ ਹੋਏ ਹਾਂ ਅਸੀਂ ਦੋਨੋਂ ਪ੍ਰੋਗਰਾਮ ਇਨਸਾਈਡ ਖਬਰ। ਤੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲੈਂਦੇ ਹਾਂ ਉਸ ਦਿਨ ਦੀਆਂ ਖਾਸ ਖਬਰਾਂ ਨੂੰ, ਜਿਹੜੇ ਪਿਛਲੇ 2-4 ਦਿਨ ਦੀਆਂ ਖਬਰਾਂ ਦੀਆਂ ਸੁਰਖੀਆਂ ਬਾਰੇ ਚਰਚਾ ਕਰਦੇ ਹਾਂ ਤੇ ਉਹਨਾਂ ਦੇ ਪਿੱਛੇ ਛੁਪੀ ਹੋਈ ਸੱਚਾਈ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਜਿਹੜੀ ਰਾਣਾ ਜੀ ਖਬਰ ਬਣੀ ਹੈ ਉਹ ਸਭ ਤੋਂ ਪਹਿਲੀ ਤਾਂ ਖਬਰ ਇਹੀ ਬਣੀ ਹੈਗੀ ਹੈ ਵੀ ਭਾਰਤ ਤੇ ਅਮਰੀਕਾ ਦੇ ਵਿੱਚ ਬੜਾ ਇਤਿਹਾਸਕ ਸਮਝੌਤਾ ਹੋਇਆ 2+2 ਸਮਝੌਤਾ ਜਿਹੜਾ ਕਿ ਕਿਹਾ ਜਾ ਰਿਹਾ ਵੀ ਇਹਦੇ ਵਿੱਚ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਦੋਨਾਂ ਦੇਸ਼ਾਂ ਦੇ ਇਕੱਠੇ ਹੋਏ, ਉਹਨਾਂ ਨੇ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਇੰਤਜ਼ਾਰ ਸੀ ਖੱਟੇ ਮਿੱਠੇ ਸੰਬੰਧਾਂ ਦਾ ਇੱਕ ਚੰਗਾ ਰਿਜ਼ਲਟ ਤੁਸੀਂ ਸਮਝ ਸਕਦੇ ਨਿਕਲਿਆ ਹੈ। ਦਾਵੜਾ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਭਾਰਤ ਤੇ ਅਮਰੀਕਾ ਦੇ ਸੰਬੰਧ ਬੜੇ ਖੱਟੇ ਮਿੱਠੇ ਰਹੇ ਆ। ਜਦੋਂ ਦੁਨੀਆ ਦੋ ਧਰੁਵਾਂ 'ਚ ਵੰਡੀ ਹੋਈ ਸੀ, ਭਾਰਤ ਕਦੇ ਉਸ ਵੇਲੇ ਜਿਹੜਾ ਹੈ ਉਹ ਰੂਸ ਵੱਲ ਨੂੰ ਦਾ ਪਲੜਾ ਜ਼ਿਆਦਾ ਝੁਕਦਾ ਸੀ ਬਿਲਕੁਲ, ਤੇ ਅਮਰੀਕਾ ਨੂੰ ਅਸੀਂ ਕਦੇ ਆਪਣਾ ਜਿਹੜਾ ਹੈ ਉਹ ਦਿਲੋਂ ਮਿੱਤਰ ਨਹੀਂ ਸਮਝਿਆ, ਅਸੀਂ ਰੂਸ ਨੂੰ ਆਪਣਾ ਮਿੱਤਰ ਸਮਝਦੇ ਸੀ। ਹਾਲਾਤ ਬਦਲੇ, ਦੁਨੀਆ ਜਿਹੜੀ ਹੈ ਸੋਵੀਅਤ ਰੂਸ ਟੁੱਟਿਆ, ਦੁਨੀਆ ਇੱਕ ਧਰੁਵੀ ਬਣ ਗਈ ਜੀ। ਤੇ ਉਸ ਵੇਲੇ ਜਿਹੜਾ ਹੈ ਉਹ ਭਾਰਤ ਨੂੰ ਸੋਚਣਾ ਪਿਆ ਕਿ ਹੁਣ ਜਿਹੜਾ ਹੈ ਇੱਕ ਧਰੁਵੀ ਦੁਨੀਆ ਬਣ ਗਈ ਹੈ। ਭਾਰਤ ਹਮੇਸ਼ਾ ਕਹਿੰਦਾ ਰਿਹਾ ਕਿ ਮਲਟੀਪੋਲਰ ਵਰਲਡ ਹੋਣਾ ਚਾਹੀਦਾ, ਬਹੁਤ ਧਰੁਵੀ ਦੁਨੀਆ ਹੋਣੀ ਚਾਹੀਦੀ ਤੇ ਭਾਰਤ ਉਸ ਬਹੁਤ ਧਰੁਵੀ ਜਿਹੜਾ ਵੱਖਰਾ ਸਮੀਕਰਨ ਬਣੇ ਉਹਦੇ 'ਚ ਆਪਣਾ ਕਿਤੇ ਨਾ ਕਿਤੇ ਸਥਾਨ ਲੱਭਦਾ ਪਿਆ ਸੀ ਜੀ। ਪਰ ਹਾਲਾਤ ਦੇਖੋ, ਹੁਣ ਹਾਲਾਤ ਫੇਰ ਬਦਲ ਗਏ। ਹੁਣ ਦੁਨੀਆ ਫੇਰ ਜਿਹੜੀ ਹੈ ਉਹ ਦੋ ਧਰਵਾਂ 'ਚ ਵੰਡੀ ਗਈ ਹੈ। ਇੱਕ ਪਾਸੇ ਅਮਰੀਕਾ ਹੈ ਤੇ ਦੂਜੇ ਪਾਸੇ ਜਿਹੜਾ ਉਹ ਚੀਨ ਹੈ, ਜਿਹੜਾ ਇਸ ਵੇਲੇ ਆਪਣੇ ਆਪ ਨੂੰ ਦੁਨੀਆ ਤੇ ਅਸਰਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਫੌਜੀ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਵੀ। ਤੇ ਇਹ ਚੀਨ ਜਿਹੜਾ ਹੈ, ਇਹਦੀ ਵੱਧਦੀ ਤਾਕਤ, ਚਾਹੇ ਉਹ ਫੌਜੀ ਤੌਰ ਤੇ ਆ ਚਾਹੇ ਉਹ ਆਰਥਿਕ ਤੌਰ ਤੇ ਆ, ਇਹ ਕਿਤੇ ਨਾ ਕਿਤੇ ਭਾਰਤ ਲਈ ਪਰੇਸ਼ਾਨੀ ਹਮੇਸ਼ਾ ਖੜੀ ਕਰਦੀ ਰਹੀ ਹੈ। ਬਿਲਕੁਲ। ਚੀਨ ਜਿਹੜਾ ਕਿ ਸਾਡੀ ਉੱਤਰੀ ਸਰਹੱਦ ਨਾਲ ਲੜਦਾ ਹੈ, ਉਹ ਉੱਥੇ ਕੋਈ ਨਾ ਕੋਈ ਜਿਹੜਾ ਹੈ ਉਹ ਟਾਂਟਾ ਛਿੜੀ ਰੱਖਦਾ ਹੈ, ਚਾਹੇ ਉਹ ਅਰੁਣਾਚਲ ਪ੍ਰਦੇਸ਼ ਦਾ ਮਾਮਲਾ ਹੋਵੇ, ਚਾਹੇ ਉਹ ਲੱਦਾਖ ਨੂੰ ਲੈ ਕੇ ਹੋਵੇ। ਬਿਲਕੁਲ। ਹੁਣ ਵੀ ਗਲਵਾਨ ਘਾਟੀ 'ਚ ਪਿਛਲੇ 6 ਮਹੀਨਿਆਂ ਤੋਂ ਜਿਹੜਾ ਹੈ ਉਹ ਰੇੜਕਾ ਪਿਆ ਹੋਇਆ ਭਾਰਤ ਤੇ ਚੀਨ ਦਾ। ਬਿਲਕੁਲ। ਤੇ ਇਹੋ ਜਿਹੇ ਮੌਕੇ 'ਚ, ਨਾਜ਼ੁਕ ਮੌਕੇ 'ਚ ਜਿਹੜਾ ਹੈ ਉਹ ਭਾਰਤ ਨੂੰ ਬੜੀ ਲੋੜ ਸੀ ਕਿ ਕੋਈ ਨਾ ਕੋਈ ਆ ਕੇ, ਕੋਈ ਨਾ ਕੋਈ ਮਹਾਸ਼ਕਤੀ ਆ ਕੇ ਉਹਦੀ ਪਿੱਠ ਤੇ ਖੜੇ ਜੀ। 1962 'ਚ ਵੀ ਭਾਰਤ ਭਾਵੇਂ ਨਿਰਗੁੱਟ ਸੰਮੇਲਨ ਦਾ ਪੰਡਿਤ ਨਹਿਰੂ ਜਿਹੜਾ ਉਹ ਹਾਮੀ ਸੀ, ਪਰ 1962 'ਚ ਵੀ ਜਦੋਂ ਅਸੀਂ ਹਾਰੇ ਦਾਵੜਾ ਸਾਹਿਬ, ਤਾਂ ਨਹਿਰੂ ਨੂੰ ਅਹਿਸਾਸ ਹੋ ਗਿਆ ਕਿ ਅਸੀਂ ਕਿਤੇ ਨਾ ਕਿਤੇ ਵਿਚਕਾਰ ਨਹੀਂ ਰਹਿ ਸਕਦੇ, ਸਾਨੂੰ ਇੱਕ ਦਾ ਦੂਜੇ ਦਾ ਪਲੜਾ ਫੜਨਾ ਪਏਗਾ। ਬਿਲਕੁਲ। ਉਹ ਤੋਂ ਬਾਅਦ 72 ਦੀ ਲੜਾਈ ਹੋਈ। 72 ਦੀ ਲੜਾਈ 'ਚ ਵੀ ਸਾਡੀ ਰੂਸ ਨੇ ਮਦਦ ਕੀਤੀ, ਅਸੀਂ ਕਿਸੇ ਨਾ ਕਿਸੇ ਪਾਸੇ ਹੋ ਗਏ। ਹਜੇ ਵੀ ਭਾਰਤ 'ਚ ਇੱਕ ਤਬਕਾ ਇੱਦਾਂ ਦਾ ਹੈ ਜਿਹੜਾ ਕਹਿੰਦਾ ਕਿ ਸਾਨੂੰ ਕਿਸੇ ਨਾ ਕਿਸੇ ਪਾਸੇ ਨਹੀਂ ਹੋਣਾ ਚਾਹੀਦਾ, ਨਾ ਸਾਨੂੰ ਇੱਧਰ ਹੋਣਾ ਚਾਹੀਦਾ ਨਾ ਉੱਧਰ ਹੋਣਾ ਚਾਹੀਦਾ, ਸਾਨੂੰ ਵਿਚਕਾਰ ਆਪਣੀ ਜਿਹੜੀ ਹੋਂਦ ਬਣਾ ਕੇ ਰੱਖਣੀ ਚਾਹੀਦੀ ਹੈ। ਪਰ ਅੱਜ ਦੀ ਦੁਨੀਆ 'ਚ ਇਹ ਬੜਾ ਔਖਾ ਹੋ ਗਿਆ ਕਿ ਅਸੀਂ ਵਿਚਕਾਰ ਰਹੀਏ, ਸਾਵੇਂ ਜੇ ਰਹੀਏ। ਸਾਨੂੰ ਕਿਤੇ ਨਾ ਕਿਤੇ ਜਿਹੜਾ ਹੈ ਉਹ ਕਿਤੇ ਨਾ ਕਿਤੇ ਲੋੜ ਹੈ ਅਮਰੀਕਾ ਦੀ, ਖਾਸ ਕਰਕੇ ਜੇ ਚੀਨ ਦੀਆਂ ਅਸੀਂ ਸਰਗਰਮੀਆਂ ਨੂੰ ਜਿਹੜੀ ਹੈ ਉਹ ਨੱਥ ਪਾਣੀ ਹੈ। ਚੀਨ ਨਾ ਸਿਰਫ ਹਿਮਾਲਿਆ 'ਚ, ਚੀਨ ਜਿਹੜਾ ਹੈ ਸਾਗਰ 'ਚ ਵੀ ਜਿਹੜਾ ਹੈ, ਦੱਖਣੀ ਪ੍ਰਸ਼ਾਂਤ ਮਹਾਸਾਗਰ 'ਚ ਵੀ ਜਿਹੜਾ ਹੈ ਉਹ ਆਪਣੀਆਂ ਸਰਗਰਮੀਆਂ ਵਧਾ ਰਿਹਾ, ਆਪਣੀ ਡੋਮੀਨੈਂਸ ਵਧਾ ਰਿਹਾ। ਤੇ ਚੀਨ ਜਿਹੜਾ ਹੈ ਉਹਦੇ ਜਿਹੜੇ ਪਾਕਿਸਤਾਨ ਨਾਲ ਰਿਸ਼ਤੇ ਆ ਤੁਹਾਨੂੰ ਪਤਾ ਕਿੱਦਾਂ ਦੇ ਆ, ਤੇ ਕਹਿੰਦੇ ਹੁੰਦੇ ਦੁਸ਼ਮਣ ਦਾ ਦੁਸ਼ਮਣ ਦੋਸਤ, ਇਹ ਦੋਵੇਂ ਰਲ ਕੇ ਭਾਰਤ ਲਈ ਕਿਤੇ ਨਾ ਕਿਤੇ ਪਰੇਸ਼ਾਨੀ ਖੜੀ ਕਰਦੇ ਰਿਹਾ। ਤੇ ਕੱਲ੍ਹ ਜਿਹੜਾ ਹੈ ਜਿਹੜੇ ਮਾਈਕ ਪੋਂਪੀਓ ਨੇ ਬੜੀ ਮਹੱਤਵਪੂਰਨ ਗੱਲ ਕਹੀ ਹੈ ਇੱਕ ਇੰਟਰਵਿਊ 'ਚ। ਸ਼ੇਖਰ ਗੁਪਤਾ ਹੈ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਐਡੀਟਰ, ਉਹਨਾਂ ਨੂੰ ਇੰਟਰਵਿਊ 'ਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਇਹ ਨਾ ਸਮਝੇ ਕਿ ਉਹ ਇਕੱਲਾ ਹੈ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਲੜਨ ਲਈ। ਜੀ, ਉਹਨਾਂ ਨੇ ਕਮਿਊਨਿਸਟ ਪਾਰਟੀ ਕਿਹਾ ਹੈ, ਉਹਨਾਂ ਨੇ ਚੀਨ ਨਹੀਂ ਕਿਹਾ। ਚੀਨ ਦੇ ਲੋਕਾਂ ਨੂੰ ਵੱਖਰਾ ਕੀਤਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਵੱਖਰਾ ਕੀਤਾ ਜੀ। ਸੋ ਇਹ ਇੱਕ ਵਧੀਆ ਗੱਲ ਹੈ ਕਿ ਭਾਰਤ ਦੇ ਸਮਝੌਤਾ ਹੋਇਆ ਹੈ, ਖਾਸ ਕਰਕੇ ਰੱਖਿਆ ਦੇ ਮਾਮਲੇ 'ਚ ਲੈ ਕੇ। ਹਾਂ, ਪਰਮਾਣੂ ਜਿਹੜੀ ਗੱਲਾਂ ਹੋਈਆਂ ਵੀ ਪਰ ਪਰਮਾਣੂ ਸਮਝੌਤਾ ਜਿਹੜਾ ਹੋਇਆ ਉਹਦਾ ਇਜ਼ਾਫਾ ਹੋਏਗਾ ਪਰਮਾਣੂ ਦਾ। ਜਿਸ ਤਰ੍ਹਾਂ ਪਰਮਾਣੂ ਸ਼ਸਤਰ ਤਾਂ ਸਾਡਾ ਹੋ ਸਕਦਾ ਹੈ, ਲੇਕਿਨ ਜਿਹੜੇ ਰਾਕਟ ਲਾਂਚਰ ਸਾਰਾ ਕੁਝ ਉਹਨਾਂ ਦਾ ਹੋਏਗਾ। ਇਹ ਅੱਜ ਤੱਕ ਸਾਡੀ ਵਿਰੋਧਤਾ ਕਰਦਾ ਆਇਆ ਸੀਗਾ। ਜਦੋਂ G18 ਦੇ ਵਿੱਚ ਵੀ ਦੇਖੀ, G8 ਦੇ ਵਿੱਚ ਦੇਖੀਏ ਤਾਂ ਸਾਡੀ ਵਿਰੋਧਤਾ ਹੋਈ ਸੀਗੀ। ਸਾਨੂੰ ਪੂਰਨ ਰੂਪ ਦੇ ਵਿੱਚ 27 ਦੱਸਿਆ ਨਹੀਂ ਸੀ ਮੰਨਿਆ ਜਾ ਰਿਹਾ, ਪੱਕਾ ਦੱਸਿਆ ਨਹੀਂ ਸੀ ਮੰਨਿਆ ਜਾ ਰਿਹਾ। ਦੇਖੋ ਇਸ ਖਿੱਤੇ 'ਚ ਲੜਾਈ ਹੈ ਭਾਰਤ ਤੇ ਚੀਨ ਦੀ ਕਿ ਸਰਦਾਰੀ ਕਿਹਨੇ ਕਰਨੀ ਹੈ, ਭਾਰਤ ਨੇ ਕਰਨੀ ਹੈ ਜਾਂ ਚੀਨ ਨੇ ਕਰਨੀ ਹੈ, ਤੇ ਉਹ ਰਹਿਣੀ ਹੈ। ਤੇ ਇਸ ਲੜਾਈ 'ਚ ਜੇ ਅਮਰੀਕਾ ਸਾਡਾ ਸਾਥ ਦਿੰਦਾ ਹੈ, ਅੱਜ ਜਿੱਦਾਂ ਦੇ ਸਮੀਕਰਨ ਬਣ ਰਹੇ ਹੈ, ਜਿੱਦਾਂ ਦਾ ਇੱਕ ਨਕਸ਼ਾ ਬਣ ਰਿਹਾ ਹੈ ਕਿ ਚੀਨ ਉਧਰ ਰੂਸ ਨਾਲ ਮਿਲ ਰਿਹਾ, ਇੱਧਰ ਈਰਾਨ ਨਾਲ ਵੀ ਚੀਨ ਦੇ ਸੰਬੰਧ ਬਣ ਰਿਹਾ ਤੇ ਇੱਧਰ ਪਾਕਿਸਤਾਨ ਨਾਲ ਬਣ ਰਿਹਾ, ਤੇ ਸਾਡੇ ਜਿਹੜੇ ਆ ਉਹ ਜਾਪਾਨ ਨਾਲ ਬਣ ਰਹੇ ਆ, ਆਸਟ੍ਰੇਲੀਆ ਨਾਲ ਬਣ ਰਹੇ ਆ ਤੇ ਅਮਰੀਕਾ ਨਾਲ ਬਣ ਰਹੇ ਆ। ਤੇ ਇਕੱਠੇ ਹੋ ਕੇ ਅੱਜ ਅਮਰੀਕਾ ਨੂੰ ਵੀ ਜ਼ਰੂਰਤ ਹੈ ਸਾਡੀ, ਕਿਉਂਕਿ ਚੀਨ ਅਮਰੀਕਾ ਲਈ ਵੀ ਬਹੁਤ ਵੱਡਾ ਖਤਰਾ ਹੈ।
ਤੇ ਦੁਸ਼ਮਣ ਦਾ ਦੁਸ਼ਮਣ ਦੋਸਤ ਹੋ ਗਏ ਅਸੀਂ ਵੀ। ਬਿਲਕੁਲ ਬਿਲਕੁਲ ਵੀ ਕਿਤੇ ਨਾ ਕਿਤੇ ਅਸੀਂ ਸਮਝ ਸਕਦੇ ਹਾਂ ਵੀ ਇਹਨਾਂ ਸਮਝੌਤਿਆਂ ਤੋਂ ਭਾਰਤ ਨੂੰ ਫਾਇਦਾ ਹੋਣ, ਕਿਉਂਕਿ ਇਹਦੇ ਵਿੱਚ ਇੱਕ ਜਿਹੜਾ ਮੈਡੀਕਲ ਸਮਝੌਤਾ ਹੋਇਆ ਉਹਦੇ ਵਿੱਚ ਵੀ ਆਯੁਰਵੈਦਿਕ ਤੇ ਕੈਂਸਰ ਦੀ ਰਿਸਰਚ ਦੇ ਉੱਤੇ ਵੀ ਜਿਹੜਾ ਬਹੁਤ ਵੱਡਾ ਸਮਝੌਤਾ ਆਇਆ ਵੀ ਅਸੀਂ ਇੱਕ ਦੂਸਰੇ ਨਾਲ ਉਹ ਜਿਹੜੀ ਰਿਸਰਚ ਦੇ ਵਿੱਚ ਵੀ ਸਹਿਯੋਗ ਪਾਵਾਂਗੇ, ਇੱਕ ਦੂਸਰੇ ਨੂੰ ਮੈਡੀਸਨਸ ਜਿਹੜੀਆਂ ਇੰਪੋਰਟ ਐਕਸਪੋਰਟ ਵੀ ਕਰਾਂਗੇ। ਵੀ ਇਹ ਕਾਫੀ ਵੱਡਾ ਸਮਝੌਤਾ ਹੈ ਕਿਉਂਕਿ ਪੰਜਾਬ ਖਾਸ ਕਰਕੇ ਕੈਂਸਰ ਪੀੜਤਾਂ ਨਾਲ ਵੱਧਦਾ ਜਾ ਰਿਹਾ ਸੀ। ਠੀਕ ਹੈ ਤੁਹਾਡੀ ਗੱਲ। ਅਮਰੀਕਾ ਇੱਕ ਬਹੁਤ ਵੱਡੀ ਫੌਜੀ ਤਾਕਤ ਦੇ ਨਾਲ ਨਾਲ ਇੱਕ ਆਰਥਿਕ ਸ਼ਕਤੀ ਵੀ ਹੈਗੀ, ਤੇ ਉਹਦਾ ਰਿਸਰਚ ਹੈ ਜੋ ਉਹਦੀ ਰਿਸਰਚ ਐਂਡ ਡਿਵੈਲਪਮੈਂਟ ਹੈ ਜੋ ਉਹ ਮੰਨੀਏ ਜਾਂ ਨਾ ਮੰਨੀਏ ਉਹ ਬਹੁਤ ਸੁਪੀਰੀਅਰ ਕਲਾਸ ਦੀ ਹੈ। ਤੇ ਜੇ ਉੱਥੋਂ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸਹਿਯੋਗ, ਚਾਹੇ ਉਹ ਮੈਡੀਕਲ ਸਾਇੰਸ 'ਚ ਹੈ, ਚਾਹੇ ਐਜੂਕੇਸ਼ਨ 'ਚ ਹੈ, ਚਾਹੇ ਉਹ ਟੈਕਨੋਲੋਜੀ ਟਰਾਂਸਫਰ 'ਚ ਹੈ, ਜੇ ਮਿਲਦਾ ਹੈ ਤਾਂ ਲੈ ਲੈਣਾ ਚਾਹੀਦਾ। ਤੇ ਅੱਜ ਕੱਲ੍ਹ ਕਹਿੰਦੇ ਹੁੰਦੇ ਤੇ ਅੰਤਰਰਾਸ਼ਟਰੀ ਸੰਬੰਧਾਂ 'ਚ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ, ਕੋਈ ਪੱਕਾ ਦੋਸਤ ਨਹੀਂ ਹੁੰਦਾ। ਜਿਹੜੇ ਪੱਕਾ ਹੁੰਦਾ ਉਹ ਪੱਕੇ ਹਿੱਤ ਹੁੰਦੇ ਆ ਕਿ ਸਾਡੇ ਹਿੱਤ ਕਿੱਥੇ ਹੈ। ਸੋ ਦੋਸਤੋ ਇਹ ਬੇਕਾ ਸਮਝੌਤਾ ਕਿਹਾ ਜਾਂਦਾ, ਉਹਨੂੰ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ ਜਿਹੜਾ ਹੋਇਆ ਹੈ ਉਸ ਦੇ ਵਿੱਚ ਬਹੁਤ ਸਾਰਾ ਸਮਝਿਆ ਜਾ ਰਿਹਾ ਕਿ ਭਾਰਤ ਨੂੰ ਫਾਇਦਾ ਹੋਏਗਾ, ਔਰ ਇਹ ਕਿੰਨਾ ਕੁ ਫਾਇਦਾ ਹੋਏਗਾ ਇਹ ਤਾਂ ਸ਼ਾਇਦ ਆਉਣ ਵਾਲਾ ਸਮਾਂ ਦੱਸੇਗਾ। ਦਾੜਾ ਸਾਹਿਬ, ਅਮਰੀਕਾ ਦੇ ਨਾਲ ਸੰਬੰਧਾਂ 'ਚ ਅਸੀਂ ਪਹਿਲਾਂ ਬਹੁਤ ਗੁਰੇਜ਼ ਕਰਦੇ ਰਹੇ ਜੀ ਆਪਣੀ ਆਜ਼ਾਦੀ ਤੋਂ ਬਾਅਦ ਬਿਲਕੁਲ ਕਿ ਅਮਰੀਕਾ ਨਾਲ ਸਾਨੂੰ ਸੰਬੰਧ ਨਹੀਂ ਬਣਾਉਣੇ ਨਹੀਂ, ਉਹਦੇ ਬਿਆਨਾਂ ਤੇ ਸਾਨੂੰ ਹਮੇਸ਼ਾ ਸ਼ੰਕਾਵਾਂ ਆ ਰਹੀਆਂ ਵੀ ਅੱਜ ਉਹਨਾਂ ਦਾ ਬਿਆਨ ਹੋਰ ਹੁੰਦਾ ਸੀਗਾ, ਕੱਲ ਨੂੰ ਬਿਆਨ ਉਹਨਾਂ ਦਾ ਹੋਰ ਹੋ ਜਾਂਦਾ ਸੀਗਾ। ਵੀਜ਼ੇ ਦੇ ਉੱਤੇ ਲੈ ਲਓ, ਐਨਆਰ ਵੀਜ਼ਾ ਦੇ ਉੱਤੇ ਕੱਲ ਦਾ ਬਿਆਨ ਹੋਰ ਹੁੰਦਾ ਹੈ, ਅੱਜ ਬਿਆਨ ਹੋਰ ਹੁੰਦਾ ਹੈ, ਪਰਸੋਂ। ਉਹਦੇ ਵਿੱਚ ਸਭ ਤੋਂ ਜ਼ਿਆਦਾ ਇੰਡੀਅਨ ਇਫੈਕਟ ਕਰ ਰਹੇ ਹੁੰਦੇ ਆ, ਇਸ ਲਈ ਜਿਹੜਾ ਸੀਗਾ ਉਹ ਗੁਰੇਜ਼ ਕੀਤਾ ਜਾ ਰਿਹਾ ਸੀ। ਦੇਖੋ ਅੱਜ ਅਮਰੀਕਾ 'ਚ ਇਲੈਕਸ਼ਨ ਹੋ ਰਹੇ, ਪਰ ਇਲੈਕਸ਼ਨ ਛੱਡ ਕੇ ਵਿਦੇਸ਼ ਮੰਤਰੀ ਵੀ ਤੇ ਉੱਥੇ ਦਾ ਜਿਹੜਾ ਹੈ ਡਿਫੈਂਸ ਮਿਨਿਸਟਰ ਵੀ ਉਹ ਭਾਰਤ ਆਏ ਹੈ। ਬਈ ਬਾਵਜੂਦ ਇਹਦੇ ਪਤਾ ਨਹੀਂ ਜਿੱਤਣਾ ਕਿਹਨੇ ਹੈ। ਬਿਲਕੁਲ ਉੱਥੇ ਹਾਲੇ ਸਰਕਾਰ ਡੈਮੋਕ੍ਰੇਟਸ ਦੀ ਬਣਨੀ ਹੈ ਜਾਂ ਰਿਪਬਲਿਕਨਸ ਦੀ ਬਣਨੀ ਹੈ, ਪਤਾ ਕੁਝ ਨਹੀਂ ਹੈ। ਬਿਲਕੁਲ। ਪਰ ਫਿਰ ਵੀ ਭਾਰਤ ਨੂੰ ਉਹਨਾਂ ਨੇ ਇੰਪੋਰਟੈਂਸ ਦਿੱਤੀ ਹੈ ਕਿ ਐਦਾਂ ਦੇ ਕ੍ਰੂਸ਼ੀਅਲ ਟਾਈਮਸ ਵੀ ਉਹਨੇ ਸਮਝਿਆ ਕਿ ਇਹ ਸਾਨੂੰ ਜਿਹੜੀ ਵਾਰਤਾ ਰੋਕਣੀ ਨਹੀਂ ਚਾਹੀਦੀ ਜਾਂ ਅੱਗੇ ਨਹੀਂ ਪਾਉਣਾ ਚਾਹੀਦਾ। ਸਾਨੂੰ ਇਸ ਵੇਲੇ ਫੌਰੀ ਤੌਰ 'ਤੇ ਜਿਹੜੀ ਹੈ ਇਹਦੀ ਜ਼ਰੂਰਤ ਸੀ। ਬਿਲਕੁਲ ਗੱਲ ਉੱਥੇ ਹੀ ਹੈ ਵੀ ਕਿ ਸਮਝੌਤਾ ਕਿੰਨਾ ਕੁ ਲਾਹੇਵੰਦ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ, ਲੇਕਿਨ ਅੱਜ ਦੇ ਹਾਲਾਤ ਦੇ ਵਿੱਚ ਇਹ ਚੰਗੀਆਂ ਨਜ਼ਰਾਂ ਦੇ ਨਾਲ ਅਸੀਂ ਪੋਜ਼ਿਟਿਵ ਕਿਹਾ ਜਾ ਸਕਦਾ ਹੈ ਵੀ ਉਹ ਪੋਜ਼ਿਟਿਵ ਵੇ ਨਾਲ ਪੋਜ਼ਿਟਿਵ ਸਮਝੌਤਾ ਹੋਇਆ। ਦੋਸਤੋ ਹੁਣ ਲੈਂਦੇ ਆ ਅਗਲੀ ਖਬਰ। ਪਿਛਲੇ ਮਹੀਨਾ ਡੇਢ ਮਹੀਨੇ ਤੋਂ ਜਿਹੜੀ ਕਿ ਸੁਰਖੀ ਬਣੀ ਹੋਈ ਹੈ ਹਰੇਕ ਅਖਬਾਰ ਦੀ, ਹਰੇਕ ਪੰਜਾਬੀ ਜਾਣਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਕਿਸਾਨ ਜਿਹੜਾ ਹੈ ਅੰਦੋਲਨ ਦੀ ਰਾਹ ਦੇ ਉੱਤੇ ਤੁਰ ਰਿਹਾ ਹੈ। ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਸਾਨ ਝੋਨਾ ਵੱਢ ਕੇ ਮੰਡੀ ਦੇ ਵਿੱਚ ਵੇਚ ਕੇ ਫ੍ਰੀ ਹੁੰਦਾ ਸੀ ਤਾਂ ਉਹ ਕਣਕ ਦੀ ਬਿਜਾਈ ਕਰਦਾ ਸੀ, ਲੇਕਿਨ ਅੱਜ ਆਪਣੇ ਕਣਕ ਦੀ ਬਿਜਾਈ ਨੂੰ ਛੱਡ ਕੇ ਉਹ ਕਿਤੇ ਨਾ ਕਿਤੇ ਧਰਨੇ ਤੇ ਬੈਠਾ ਹੋਇਆ। ਕਾਰਨ ਸਾਰੇ ਜਾਣਦੇ ਆ ਕਿ ਉਹ ਖੇਤ ਕਿਸਾਨੀ ਜਿਹੜੇ ਬਿੱਲ ਲਿਆਂਦੇ ਨੇ ਕੇਂਦਰ ਸਰਕਾਰ ਨੇ ਉਹਨਾਂ ਬਾਰੇ ਕਿਤੇ ਨਾ ਕਿਤੇ ਉਹਦੀ ਵਿਰੋਧਤਾ ਜਿਹੜੀ ਹੈ ਉਹ ਉਜਾਗਰ ਹੋ ਰਹੀ ਹੈ। ਤੇ ਅਸੀਂ ਜਾਣਦੇ ਹਾਂ ਕਿ ਦੁਸ਼ਹਿਰੇ ਵਾਲੇ ਦਿਨ ਬਹੁਤ ਸਾਰੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਤੱਕ ਦਾ ਪੁਤਲਾ ਜਿਹੜਾ ਸਾੜਿਆ ਇਸ ਦੇ ਵਿਰੋਧ ਦੇ ਵਿੱਚ। ਜਦੋਂ ਇਸ ਵੇਲੇ ਵੀ ਗੱਲ ਨਹੀਂ ਬਣੀ ਤਾਂ ਹੁਣ ਕਿਸਾਨ ਜਥੇਬੰਦੀਆਂ ਨੇ ਇਸ ਅੰਦੋਲਨ ਨੂੰ ਪੰਜਾਬ ਤੋਂ ਬਾਹਰ ਲਿਜਾਣ ਦੀ ਸੋਚੀ ਹੈ। ਰਾਣਾ ਜੀ, ਪੰਜਾਬ ਤੇ ਬਾਹਰ ਲਿਜਾਣ ਦੀ ਕਹਿ ਲਈਏ ਜਾਂ ਆਪਣਾ ਦਾਇਰਾ ਵਧਾਉਣ ਦੀ ਸੋਚੀ ਵੀ, ਕਿਉਂਕਿ ਉਹਨਾਂ ਨੇ ਕਿਹਾ ਵੀ 5 ਨਵੰਬਰ ਨੂੰ ਪੂਰੇ ਦੇਸ਼ ਦੇ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਕਰ ਦਿੱਤਾ ਜਾਵੇਗਾ। ਦਾੜਾ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਕਾਫੀ ਦੇਰ ਤੋਂ ਕਿਸਾਨ ਜਿਹੜੇ ਆ ਸੰਘਰਸ਼ ਤੇ ਹੈ, ਕਿਤੇ ਟੋਲ ਪਲਾਜ਼ੇ ਰੋਕ ਕੇ ਬੈਠੇ ਹੈ ਤੇ ਕਿਤੇ ਅੰਬਾਨੀਆਂ ਅਡਾਨੀਆਂ ਦੇ ਜਿਹੜੇ ਕਾਰਪੋਰੇਟ ਘਰਾਣੇ ਕਹਿੰਦੇ ਨੇ ਉਹਨਾਂ ਦੇ ਜਿਹੜੇ ਹੈ ਸ਼ਾਪਿੰਗ ਕੰਪਲੈਕਸ ਹੈ, ਮਾਲਸ ਹੈ ਜਾਂ ਉਹਨਾਂ ਦੇ ਕਾਰੋਬਾਰ ਹੈ ਉਹਨਾਂ ਦੇ ਉੱਥੇ ਬੈਠੇ ਹੈ। ਬਿਲਕੁਲ। ਰੇਲ ਪਟੜੀਆਂ ਤੇ ਬੈਠੇ ਹੈ, ਸਟੇਸ਼ਨਾਂ ਤੇ ਬੈਠੇ ਹੈ। ਬਿਲਕੁਲ। 2 ਵਾਰ ਸੱਦਾ ਆਇਆ ਤੇ 2 ਵਾਰ ਜਿਹੜਾ ਹੈ ਉਹ ਗੱਲਬਾਤ ਕਿਤੇ ਤਣ ਪੱਤਣ ਲੱਗੀ ਨਹੀਂ ਕਿਸਾਨਾਂ ਦੀ। ਬਿਲਕੁਲ। ਤੇ ਹੁਣ ਮਜਬੂਰ ਹੋ ਕੇ ਉਹਨਾਂ ਨੇ ਜਿਹੜਾ ਹੈ ਇਹ, ਕਿਉਂਕਿ ਬਾਕੀ ਜਿਹੜੇ ਸੂਬਿਆਂ 'ਚ ਵੀ ਕਿਸਾਨ ਤਾਂ ਹੈਗੇ, ਭਾਵੇਂ ਕਿ MSP ਦਾ ਮੁੱਦਾ ਨਹੀਂ ਹੈ ਉੱਥੇ, ਪਰ ਕਿਸਾਨ ਤਾਂ ਹੈਗੇ ਨੇ। ਬਿਲਕੁਲ। ਤੇ ਕਿਸਾਨੀ ਨੂੰ ਨਾਲ ਲੈ ਕੇ ਜਿਹੜਾ ਇਸ ਸੰਘਰਸ਼ ਦਾ ਦਾਇਰਾ ਵਧਾਉਣ ਦੀ ਕਿਸਾਨਾਂ ਨੇ ਸੋਚੀ ਹੈ। ਮੈਂ ਕਹਿੰਦਾ ਇਹ ਰਣਨੀਤੀ ਉਹਨਾਂ ਦੀ ਜਿਹੜੀ ਹੈ ਉਹ ਸਹੀ ਹੈ ਕਿ ਆਪਾਂ ਸਿਰਫ ਪੰਜਾਬ 'ਚ ਹੀ ਨਾ ਲੜੀਏ ਜਾਂ ਆਪਾਂ ਹਰਿਆਣੇ 'ਚ ਹੀ ਨਾ ਲੜੀਏ, ਇਹਨੂੰ ਕਿਸਾਨੀ ਦਾ ਅੰਦੋਲਨ ਦਾ ਜਿਹੜਾ ਹੈ ਇੱਕ ਪੈਨ ਇੰਡੀਆ ਰੂਪ ਦੇਈਏ। ਸੋ ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਕਿ 5 ਤਰੀਕ ਨੂੰ ਚੱਕਾ ਜਾਮ ਦੀ 4 ਘੰਟੇ ਵਾਸਤੇ ਕਾਲ ਦਿੱਤੀ ਹੈ ਤੇ 25 26 27 ਨੂੰ ਦਿੱਲੀ ਚੱਲੋ ਦਾ ਜਿਹੜਾ ਹੈ ਉਹ ਨਾਅਰਾ ਦਿੱਤਾ ਹੈ। ਤੇ ਹੁਣ ਦੇਖੋ ਕਿ ਇਸ ਘੋਲ ਚੋਂ ਕੀ ਨਿਕਲ ਕੇ ਆਉਂਦਾ ਹੈ, ਕਿਉਂਕਿ ਇੱਕ ਜੁਆਇੰਟ ਐਕਸ਼ਨ ਕਮੇਟੀ ਵੀ ਬਣਾਈ ਹੈ 5 ਬੰਦਿਆਂ ਜਿਹੜੀਆਂ ਬਾਕੀ ਜਥੇਬੰਦੀਆਂ ਨਾਲ ਰਾਬਤਾ ਕਰਨਗੀਆਂ ਤੇ ਘੋਲ ਦੀ ਅਗਲੀ ਰਣਨੀਤੀ ਜਿਹੜੀ ਹੈ ਉਹ ਲੀਕਣਗੀ। ਬਿਲਕੁਲ। ਪਰ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਅੜੀ ਹੋਈ ਹੈ। ਜੀ, ਕੇਂਦਰ ਸਰਕਾਰ ਨੇ ਅੜੀ ਫੜੀ ਹੋਈ ਨਹੀਂ, ਪਰ ਕੇਂਦਰ ਸਰਕਾਰ ਦੀ ਜਿਹੜੀ ਕਦੋਂ ਤੱਕ ਕਾਇਮ ਰਹੇਗੀ ਜਦੋਂ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੇ ਤੁਸੀਂ ਰੇਲ ਗੱਡੀਆਂ ਦੇ ਮਾਮਲੇ ਨੂੰ ਲੈ ਲਓ। ਰੇਲ ਗੱਡੀਆਂ ਦੇ ਮਾਮਲੇ ਨੂੰ ਹੀ ਲੈ ਕੇ ਜਿਹੜੇ ਹੈ ਉਹ ਕੇਂਦਰ ਸਰਕਾਰ ਨੇ ਅੜੀ ਫੜ ਲਿਆ। ਕਿਸਾਨਾਂ ਨੇ ਬੇਸ਼ੱਕ ਧਰਨੇ ਚੱਕ ਦਿੱਤੇ ਨੇ ਰੇਲ ਪਟੜੀਆਂ ਤੋਂ, ਪਰ ਕੇਂਦਰ ਨੇ ਜਿਹੜਾ ਹੈ
ਉਹ ਜਿੱਦਾਂ ਕਿਹਾ ਜਾ ਰਿਹਾ ਕਿ ਪੰਜਾਬ ਦੀ ਇੱਕ ਤਰ੍ਹਾਂ ਦੀ ਆਰਥਿਕ ਨਾਕੇਬੰਦੀ ਸ਼ੁਰੂ ਕਰ ਦਿੱਤੀ ਜੀ, ਜਿਹਦੇ ਨਾਲ ਪੰਜਾਬ ਦੇ ਬਿਜ਼ਨਸ ਨੂੰ ਵੀ ਨੁਕਸਾਨ ਹੋ ਰਿਹਾ। ਜਦੋਂ ਬਿਜ਼ਨਸ ਨੂੰ ਨੁਕਸਾਨ ਹੋ ਰਿਹਾ, ਪੰਜਾਬ ਦੀ ਜਿਹੜੀ ਖੇਤੀਬਾੜੀ ਨੂੰ ਨੁਕਸਾਨ ਜ਼ਾਹਰਾ ਤੌਰ ਤੇ ਹੋਣਾ। ਨਹੀਂ ਉਹ ਕੇਂਦਰ ਇਹ ਕਿਉਂ ਭੁੱਲ ਜਾਂਦਾ ਵੀ ਅਗਰ ਕਿਸਾਨ ਆਪਣੀ ਜਿੱਦ ਦੇ ਉੱਤੇ ਆ ਗਏ, ਕਿਸਾਨਾਂ ਨੇ ਕਹਿਤਾ ਅਸੀਂ ਫਿਰ ਠੀਕ ਹੈ ਦਿੱਲੀ ਤੋਂ ਅੱਗੇ ਅਸੀਂ ਆਪਣਾ ਮਾਲ ਵੇਚਣ ਹੀ ਨਹੀਂ ਜਾਣਾ, ਫਿਰ ਕੀ ਹਾਲਾਤ ਬਣਨਗੇ? ਦੇਖੋ ਜਿੱਦ ਜਿਹੜੀ ਹੈ ਨਾ ਉਹ ਦਾਵੜਾ ਸਾਹਿਬ ਬਹੁਤ ਮਾੜੀ ਹੁੰਦੀ ਹੈ, ਚਾਹੇ ਦੋਵਾਂ ਪਾਸਿਆਂ ਤੋਂ ਜਿੱਦ ਹੋਵੇ, ਚਾਹੇ ਇੱਕ ਪਾਸੇ ਤੋਂ ਹੋਵੇ, ਚਾਹੇ ਦੋਵਾਂ ਪਾਸਿਆਂ ਤੋਂ ਹੋਵੇ। ਕਿਸਾਨੀ ਸੰਘਰਸ਼ ਨੂੰ ਵੀ ਜਿਹੜਾ ਆਪਣਾ ਸੰਘਰਸ਼ ਦੀ ਰਣਨੀਤੀ ਹੈ ਨਾ ਉਹਦੇ ਥੋੜਾ ਮੁੜ ਵਿਚਾਰ ਕਰਨਾ ਚਾਹੀਦਾ। ਕੁਝ ਅਜਿਹੇ ਐਲੀਮੈਂਟਸ ਜਿਹੜੇ ਹੈ ਜਦੋਂ ਸੰਘਰਸ਼ ਲੰਬਾ ਚੱਲਦਾ ਉਹਦੇ 'ਚ ਆ ਜਾਂਦੇ ਆ ਜਿਹੜੇ ਕਿ ਸੰਘਰਸ਼ ਨੂੰ ਕੋਈ ਨਾ ਕੋਈ ਹੋਰ ਮੋੜਾ ਦੇਣ ਦੀ ਕੋਸ਼ਿਸ਼ ਕਰਦੇ ਆ। ਜਿੱਦਾਂ ਤੁਸੀਂ ਕਿਹਾ ਕਿ ਪੁਤਲੇ ਵੀ ਫੂਕ ਹੋਏ, ਪੁਤਲੇ ਫੂਕਣ ਨੂੰ ਲੈ ਕੇ ਵੀ ਜਿਹੜੀ ਹੈ ਬੀਜੇਪੀ ਕਾਫੀ ਪੰਜਾਬ ਦੀ ਉਹ ਤਰਲੋ ਮੱਛੀ ਹੋਈ, ਗਵਰਨਰ ਤੱਕ ਗੱਲ ਪਹੁੰਚੀ ਤੇ ਕੁਝ ਅਜਿਹੀਆਂ ਘਟਨਾਵਾਂ ਵੀ ਹੋਈਆਂ ਜਿਵੇਂ ਕਿਸੇ ਪੱਤਰਕਾਰ ਨੂੰ ਪਕੜ ਕੇ ਉਹਨਾਂ ਤੋਂ ਮਾਫੀ ਮੰਗਵਾਉਣੀ, ਜਾਂ ਕਿਸੇ ਨੇ ਮੋਦੀ ਸਾਹਿਬ ਦਾ ਜਿਹੜਾ ਉਹ ਹਾਰ ਪਾਇਆ ਹੋਇਆ ਸੀ ਜੁੱਤੀਆਂ ਦਾ ਉਹ ਕਿਸੇ ਨੇ ਲਾਹ ਦਿੱਤਾ, ਉਹ ਜਿਹੜੀ ਵੀਡੀਓ ਵਾਇਰਲ ਹੋਈ। ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੈ ਉਹ ਸੰਘਰਸ਼ ਨੂੰ ਚਾਰ ਚਾਂਦ ਨਹੀਂ ਲਾਉਂਦੀਆਂ, ਕਿਤੇ ਨਾ ਕਿਤੇ ਸੰਘਰਸ਼ ਨੂੰ ਖੋਰਾ ਲਾਉਂਦੀਆਂ। ਸੋ ਅਜਿਹੀਆਂ ਘਟਨਾਵਾਂ ਨਹੀਂ ਇਹ ਗੱਲ ਚੰਗੀ ਹੈ, ਨਹੀਂ ਇੱਕ ਗੱਲ ਦੱਸੋ, ਇਹ ਚੰਗੀ ਹੈ ਤੁਹਾਡੇ ਘਰ ਦੇ ਅੱਗੇ, ਤੁਹਾਡੇ ਘਰ ਦੇ ਵਿੱਚ ਤੁਸੀਂ ਧਰਨਾ ਲਾਇਆ ਹੋਇਆ, ਮੈਂ ਉੱਥੋਂ ਲੰਘਦਾ ਟੱਪਦਾ ਉਸ ਧਰਨੇ ਦੇ ਵਿਰੁੱਧ ਬੋਲਣਾ ਸ਼ੁਰੂ ਕਰਦਾ ਵੀ ਧਰਨਾ ਲਾਇਆ ਕਿ ਤਾਂ ਆਪਣੇ ਆਪ ਮੇਰੇ ਵਿਰੁੱਧ ਲੋਕਾਂ ਨੇ ਹੋਣਾ ਹੀ ਹੈ ਜੀ। ਅਗਰ ਉਹ ਜਿਹੜੀ ਉਸ ਵੀਡੀਓ ਦੀ ਗੱਲ ਕਰਦੇ ਉਹ ਵੀਡੀਓ ਹਾਲਾਂਕਿ ਚਲੋ ਸਾਡੇ ਮੁੱਦੇ ਦੇ ਵਿੱਚ ਨਹੀਂ ਹੈ, ਉਹ J&K ਤੋਂ ਲੇਡੀ ਆ ਰਹੀ ਸੀ, ਉਹਨੇ ਦੇਖਿਆ ਪਠਾਨਕੋਟ ਦੇ ਉੱਤੇ ਨਾਕੇ ਦੇ ਉੱਤੇ ਉਹਦੇ ਪ੍ਰਧਾਨ ਮੰਤਰੀ ਦੇ ਗਲੇ ਦੇ ਵਿੱਚ ਹਾਰ ਪਾਇਆ ਹੋਇਆ ਜੁੱਤੀਆਂ ਦਾ, ਉਹਨੇ ਉਹ ਲਾ ਦਿੱਤਾ। ਉਹਨਾਂ ਮਤਲਬ ਬਿਨਾਂ ਇਜਾਜ਼ਤ ਤੋਂ ਬਿਨਾਂ ਉਹ ਤੋਂ ਉਹਨੂੰ ਵੀ ਕਿਸੇ ਨੇ ਅਧਿਕਾਰ ਨਹੀਂ ਸੀ ਦਿੱਤਾ। ਜੇ ਉਹਨੇ ਲਾ ਦਿੱਤਾ ਹੈ, ਜੇ ਉਹਨੇ ਲਿਆ ਪੰਗਾ, ਫਿਰ ਉਹ ਕਿਸਾਨਾਂ ਨੇ ਫੜਨਾ ਵੀ ਸੀਗਾ ਕਿਉਂਕਿ ਉਹ ਕਿਸਾਨਾਂ ਨੇ ਪਾਇਆ ਸੀ, ਕਿਸਾਨਾਂ ਦਾ ਅੰਦੋਲਨ ਸੀ ਉੱਤੇ, ਫਿਰ ਉਹਨਾਂ ਕਿਸਾਨਾਂ ਨੇ ਉਹਨੂੰ ਫੜਨਾ ਵੀ ਸੀ। ਫਿਰ ਉਹ ਮਾਫੀ ਮੰਗ ਕੇ ਛੁੱਟੀ, ਫਿਰ ਉਹਦਾ ਫਾਇਦਾ ਕੀ ਹੋਇਆ? ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਇਹ ਤਰਕ ਦੀ ਲੜਾਈ ਹੈ, ਇਹ ਬਹਿਸ ਦੀ ਲੜਾਈ ਹੈ। ਕਿਸਾਨਾਂ ਦਾ ਪੱਖ ਬੇਸ਼ੱਕ ਜੇ ਅਸੀਂ ਤਰਕ ਦੇ ਪੱਖੋਂ ਦੇਖੀਏ ਉਹ ਭਾਰੂ ਹੈ। ਸੋ ਸਾਨੂੰ ਸੰਵਾਦ ਰਚਾਉਣਾ ਚਾਹੀਦਾ ਬਜਾਏ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦਾ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਸ ਕੋਸ਼ਿਸ਼ ਨੂੰ ਸਿਰੇ ਨਹੀਂ ਨਾ ਚੜਾਇਆ ਗਿਆ ਕਿ ਸੰਵਾਦ ਰਚਾਉਣ ਲਈ ਤਾਂ ਕਿਸਾਨ ਦਿੱਲੀ ਬੁਲਾ ਲਏ, ਲੇਕਿਨ ਦਿੱਲੀ ਜਾ ਕੇ ਉੱਤੇ ਉਹਨਾਂ ਨਾਲ ਕੋਈ ਮੁਲਾਕਾਤ ਹੀ ਨਹੀਂ ਕੀਤੀ ਗਈ। ਉਹ ਇੱਕ ਮੌਕਾ ਸੀ ਜਿਹੜਾ ਮੋਦੀ ਸਾਹਿਬ ਖੁੰਝ ਗਏ, ਉਹਨਾਂ ਨੂੰ ਖੁੰਝਣਾ ਨਹੀਂ ਚਾਹੀਦਾ ਸੀ। ਜਦੋਂ ਕਿਸਾਨ ਤਿਆਰ ਹੋ ਕੇ ਗਏ ਗੱਲਬਾਤ ਲਈ ਤੇ ਉੱਥੇ ਜਿਸ ਤਰ੍ਹਾਂ ਦਾ ਉਹਨਾਂ ਨਾਲ ਵਿਵਹਾਰ ਹੋਇਆ ਉਹ ਬੜਾ ਮਾੜਾ ਸੀ। ਪਰ ਹੁਣ ਵੀ ਜਿਹੜਾ ਹੈ ਉਹ ਕਹਿੰਦੇ ਹੁੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਤੇ ਨਾ ਕਿਤੇ ਕੋਈ ਨਾ ਕੋਈ ਉਪਰਾਲਾ ਜਿਹੜਾ ਹੋਣਾ ਚਾਹੀਦਾ। ਮੋਦੀ ਸਾਹਿਬ ਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਵੀ ਉਹਨਾਂ ਨੇ ਬੀਜੇਪੀ ਦੇ ਬਿਲਕੁਲ ਪਾਰਟੀ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਲੀਡਰ ਵਜੋਂ ਜਿਹੜਾ ਹੈ ਪ੍ਰਧਾਨ ਮੰਤਰੀ ਚੁਣਿਆ ਗਿਆ, ਲੇਕਿਨ ਉਹ ਜਦੋਂ ਕੁਰਸੀ ਤੇ ਬੈਠ ਗਏ ਨੇ ਤਾਂ ਉਹ ਕੇਵਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਹੀਂ ਨੇ, ਉਹ ਸਾਰੀਆਂ ਪਾਰਟੀਆਂ ਦੇ, ਸਾਰੇ ਜਾਤ ਬਰਾਦਰੀ, ਸਾਰੇ ਧਰਮਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਸੀਟ ਦੇ ਉੱਤੇ ਬੈਠੇ ਹੋਏ ਨੇ। ਉਹਨਾਂ ਨੂੰ ਸਾਰਿਆਂ ਨਾਲ ਸੋਚ ਕੇ ਹੀ ਜਿਹੜਾ ਹੈ ਅਗਾਂਹ ਵਧਣਾ ਚਾਹੀਦਾ। ਮੈਂ ਇੱਕ ਗੱਲ ਹੋਰ ਐਡ ਕਰਦੇ ਹਾਂ ਦਾਵੜਾ ਸਾਹਿਬ, ਇੱਕ ਗੱਲ ਇਹਦੇ 'ਚ ਬੜੀ ਕਿਸਾਨੀ ਸੰਘਰਸ਼ ਉੱਭਰ ਕੇ ਸਾਹਮਣੇ ਆ ਰਹੀ ਹੈ। MSP ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ, ਇਹ 3 ਬਿੱਲ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ, ਇਹ ਦੋਵਾਂ ਦੀ ਵੱਖਰੋ ਵੱਖਰੀ ਰਾਏ ਹੈ। ਪਰ ਇੱਕ ਜਿਹੜਾ ਫੈਡਰਲਿਜ਼ਮ ਦਾ ਜਿਹੜਾ ਮੁੱਦਾ ਉੱਭਰ ਰਿਹਾ ਹੈ ਕਿ ਰਾਜਾਂ ਨੂੰ ਜਿਹੜਾ ਹੈ ਉਹ ਖੁਦ ਮੁਖਤਿਆਰ ਹੋਣਾ ਚਾਹੀਦਾ, ਰਾਜਾਂ ਨੂੰ ਵਿੱਤੀ ਤੌਰ ਤੇ ਵੱਧ ਅਧਿਕਾਰ ਹੋਣੇ ਚਾਹੀਦੇ ਆ, ਇਹ ਮੁੱਦਾ ਜਿਹੜਾ ਉੱਭਰਿਆ ਇਹ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਪੈਟ ਮੁੱਦਾ ਹੁੰਦਾ ਸੀ ਕਿਸੇ ਨਾ ਕਿਸੇ ਬਿਲਕੁਲ ਭਾਵੇਂ ਕਿ ਬਾਅਦ ਚ ਉਹਨਾਂ ਨੇ ਬਾਦਲ ਸਾਹਿਬ ਅੱਜ ਵੀ ਬਿਆਨ ਦੇ ਰਹੇ ਆ ਵੀ ਜਿਹੜਾ ਬਿਲਕੁਲ ਜ਼ਿਆਦਾ ਅਧਿਕਾਰ ਹੋਣੇ ਚਾਹੀਦੇ ਆ ਰਾਜਾਂ ਕੋਲ। ਇਹ ਜਿਹੜੀ ਬਹਿਸ ਹੈ ਇਹ ਆਜ਼ਾਦੀ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਿ ਕੇਂਦਰ ਕੋਲ ਕੀ ਅਧਿਕਾਰ ਹੋਣੇ ਚਾਹੀਦੇ, ਰਾਜਾਂ ਕੋਲ ਕੀ ਅਧਿਕਾਰ ਹੋਣੇ ਚਾਹੀਦੇ, ਕੀ ਕੇਂਦਰ ਨੂੰ ਅਧਿਕਾਰ ਹੋਣਾ ਚਾਹੀਦਾ ਕਿ ਉਹ ਰਾਜਾਂ ਦੇ ਜਿਹੜੇ ਹੈ ਅਧਿਕਾਰਾਂ ਤੇ ਹਥਿਆ ਸਕਦਾ ਉਹਨਾਂ ਨੂੰ ਕਿਸੇ ਵੀ ਸੂਰਤ 'ਚ। ਤੇ ਇਹ ਜਿਹੜਾ ਬਹਿਸ ਦਾ ਮੁੱਦਾ ਉੱਭਰਿਆ, ਮੈਂ ਕਹਿੰਦਾ ਇਹ ਬੜਾ ਸਕਾਰਾਤਮਕ ਮੁੱਦਾ ਇਸ ਕਿਸਾਨ ਅੰਦੋਲਨ 'ਚ ਉੱਭਰਿਆ। ਅੱਜ ਵੀ ਅਖਬਾਰਾਂ 'ਚ ਖਬਰਾਂ ਦੀ ਟ੍ਰਿਬਿਊਨ ਨੇ ਖਬਰ ਲਾਈ ਹੈ ਕਿ ਮੋਦੀ ਸਾਹਿਬ ਨੇ 1000 ਕਰੋੜ ਰੁਪਏ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪੰਜਾਬ ਸਰਕਾਰ ਦਾ ਉਹ ਰੋਕ ਦਿੱਤਾ ਹੈ। ਉਹਦੀ ਸਕਰੂਟਨੀ ਵਾਸਤੇ ਉਹਨਾਂ ਨੇ ਕਹਿ ਦਿੱਤਾ ਹੈ ਕਿਉਂਕਿ ਜਿਹੜੀ ਪੰਜਾਬ ਸਰਕਾਰ ਖਰੀਦ ਕਰਦੀ ਹੈ ਝੋਨੇ ਦੀ ਜਾਂ ਖਰੀਦ ਕਰਦੀ ਹੈ ਕਣਕ ਦੀ, ਉਹਦੇ 'ਤੇ ਜਿਹੜੀ ਕੇਂਦਰ ਸਰਕਾਰ ਉਹਨਾਂ ਨੂੰ ਰੂਰਲ ਡਿਵੈਲਪਮੈਂਟ ਫੰਡ ਦਿੰਦੀ ਹੈ ਉਹ 1000 ਕਰੋੜ ਦੇ ਕਰੀਬ ਹੈ, ਉਹ ਉਹਨਾਂ ਨੇ ਜਿਹੜਾ ਹੈ ਉਹ ਰੋਕ ਲਾ ਦਿੱਤੀ ਹੈ। ਸੋ ਇਹ ਵੀ ਇੱਕ ਤਰ੍ਹਾਂ ਦਾ ਫੈਡਰਲਿਜ਼ਮ ਦਾ ਜਿਹੜੀ ਬਹਿਸ ਉੱਭਰ ਕੇ ਆਈ ਹੈ ਇਸ ਸਾਰੇ ਕਿਸਾਨ ਅੰਦੋਲਨ 'ਚੋਂ, ਇਹ ਮੈਂ ਕਹਿੰਦਾ ਇੱਕ ਸਕਾਰਾਤਮਕ ਵਿਸ਼ਾ ਹੈ। ਤੇ ਇਹ ਬਹਿਸ ਜਿਹੜੀ ਹੈ ਹੋਣੀ ਚਾਹੀਦੀ, ਹਰ ਮੰਚ ਤੇ ਹੋਣੀ ਚਾਹੀਦੀ, ਟੈਲੀਵਿਜ਼ਨ ਚੈਨਲਾਂ ਤੇ ਹੋਣੀ ਚਾਹੀਦੀ, ਸੋਸ਼ਲ ਮੀਡੀਆ ਤੇ ਹੋਣੀ ਚਾਹੀਦੀ, ਅਖਬਾਰਾਂ 'ਚ ਹੋਣੀ ਚਾਹੀਦੀ। ਇਹ ਸਾਨੂੰ ਕਿਤੇ ਨਾ ਕਿਤੇ ਮੁੱਦਾ ਜਿਹੜਾ ਹੈ ਰਾਜਾਂ ਦਾ ਜਾਂ ਸੰਘੀ ਢਾਂਚੇ ਦਾ ਇਹ ਨਜਿੱਠਣਾ ਪੈਣਾ ਹੈ। ਮੁੱਦਾ ਇਹੀ ਹੈ ਵੀ ਜੇ ਕਿਸਾਨੀ ਅੰਦੋਲਨ ਨੂੰ ਕਿਸਾਨਾਂ ਨੂੰ ਆਪਣੇ ਉਹਦੇ ਲੈ ਕੇ ਹੱਕ ਦੇ ਵਿੱਚ ਲੈ ਕੇ ਨਾ ਇਹਨੂੰ ਸੁਲਝਾਇਆ ਗਿਆ ਤਾਂ ਆਉਣ ਵਾਲੇ ਦਿਨ ਬੜੇ ਔਖੇ ਹੋ ਸਕਦੇ, ਸਭ ਵਾਸਤੇ ਔਖੇ, ਸਾਰਿਆਂ ਲਈ, ਕਿਉਂਕਿ ਬਿਜ਼ਨਸਮੈਨ ਵਾਸਤੇ ਵੀ ਔਖੇ ਹੈ। ਰੇਲ ਗੱਡੀਆਂ ਖੜੀਆਂ ਪਈਆਂ, ਜਿਨ੍ਹਾਂ ਨੇ ਆਰਡਰ ਲੈਣੇ ਵੇ ਉਹ ਆਰਡਰ ਬਾਹਰ ਖੜੇ ਪਏ ਹੈ ਤੇ ਜਿਹੜਾ ਹੈ ਸਾਰਾ ਜਿਹੜਾ ਹੈ ਉਹ ਢਾਂਚਾ ਚਰਮਰਾ ਸਕਦਾ ਹੈ, ਬਿਜ਼ਨਸ ਸੈਂਟੀਮੈਂਟ ਥੱਲੇ ਜਾ ਰਿਹਾ ਹੈ। ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਹੈ ਦੋਸਤੋ, ਦੂਸਰੇ ਪਾਸੇ ਜਿਹੜੀਆਂ ਹੈ ਉਹ ਬਲਾਤਕਾਰ ਤੇ ਸਿੱਧੀ ਲੁੱਟਮਾਰ ਦੀਆਂ ਘਟਨਾਵਾਂ ਤੇ ਕਿਸੇ ਨੂੰ ਕਤਲ ਕਰ ਦੇਣ ਦੀਆਂ ਘਟਨਾਵਾਂ ਵੀ ਸਾਡੇ ਦੇਸ਼ ਦੇ ਵਿੱਚ ਵੱਧਦੀਆਂ ਜਾ ਰਹੀਆਂ ਨੇ। ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਬੱਲਵਗੜ੍ਹ ਦੇ ਵਿੱਚ ਇੱਕ ਕਾਲਜ ਦੇ ਅੱਗੇ ਇੱਕ ਲੜਕੇ ਨੇ ਲੜਕੀ ਨੂੰ ਸ਼ਰੇਆਮ ਗੋਲੀ ਦੇ ਨਾਲ ਭੁੰਨ ਦਿੱਤਾ।
ਮਾਮਲਾ ਚਾਹੇ ਇੱਕ ਤਰਫਾ ਪਿਆਰ ਦਾ ਸੀ, ਲੇਕਿਨ ਇਸ ਨੂੰ ਮੁੱਦਾ ਬਣਾ ਦਿੱਤਾ ਗਿਆ ਫਿਰਕੂ। ਹਰ ਗੱਲ ਦੇ ਵਿੱਚ ਕਤਲ ਪਹਿਲਾਂ ਵੀ ਹੁੰਦੇ ਸੀਗੇ, ਹਾਲਾਂਕਿ ਗਲਤ ਗੱਲ ਹੈ ਕਤਲ ਕਰਨਾ ਜਾਂ ਕਤਲ ਕਰਨਾ, ਅਸੀਂ ਇਹਦੀ ਕਿਤੇ ਸਮਰਥਨ ਨਹੀਂ ਕਰਦੇ, ਪਰ ਮੁੱਦੇ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਭੜਕਾ ਕਰਨਾ, ਇੱਕ ਫਿਰਕੂ ਬਣਾ ਦੇਣਾ, ਹਾਥਰਸ 'ਚ ਵੀ ਦੇਖਿਆ ਤੁਸੀਂ। ਹਾਂ ਬਿਲਕੁਲ, ਇਹ ਕਿਆ ਬਿਲਕੁਲ ਸਾਰੀਆਂ ਘਟਨਾਵਾਂ ਤੇ ਮੈਂ ਕਹਿੰਦਾ, ਚਾਹੇ ਉਹ ਰੇਪ ਘਟਨਾ ਹੈ, ਚਾਹੇ ਉਹ ਦੂਸਰੀ ਘਟਨਾ ਹੈ, ਵੀ ਜੇ ਉਹ ਜਾਤੀ ਦੀ ਸ਼ਡਿਊਲ ਕਾਸਟ ਜਾਂ ਦੂਸਰੀ ਨੀਵੀਂ ਜਾਤੀ ਦੀ ਤਾਂ ਉਹਨੂੰ ਅਪਰ ਕਲਾਸ ਲੋਅਰ ਕਲਾਸ ਕਹਿ ਕੇ ਝਗੜਾ ਦੇ ਦੇਣਾ। ਜੇ ਉਹਨਾਂ ਦਾ ਧਰਮ ਦੇ ਵਿੱਚ ਫਰਕ ਹੈ, ਵੀ ਦੇਸ਼ ਸਾਡਾ ਜਾ ਕਿੱਧਰ ਰਿਹਾ। ਡਾਕਟਰ ਸਾਹਿਬ ਹਾਥਰਸ ਤੁਸੀਂ ਦੇਖ ਲਿਆ, ਆਪਾਂ ਜ਼ਿਕਰ ਕੀਤਾ ਪਹਿਲਾਂ ਵੀ ਆਪਣੇ ਪ੍ਰੋਗਰਾਮ 'ਚ, ਟਾਂਡਾ ਤੁਸੀਂ ਦੇਖ ਲਿਆ, ਹੈ ਜੀ। ਸਾਡੀਆਂ ਬੱਚੀਆਂ ਨਾਲ ਜੋ ਕੁਝ ਹੋ ਰਿਹਾ, ਸਾਡੀਆਂ ਧੀਆਂ ਨਾਲ ਜੋ ਕੁਝ ਹੋ ਰਿਹਾ, ਉਹ ਵਾਕਈ ਸ਼ਰਮਨਾਕ ਗੱਲ ਹੈ। ਤੇ ਹਰਿਆਣੇ 'ਚ ਤਾਂ ਤੁਹਾਨੂੰ ਯਾਦ ਹੋਣਾ ਜੈਸਿਕਾ ਲਾਲ ਮਰਡਰ ਕੇਸ, ਮਨੂ ਸ਼ਰਮਾ, ਹੈ ਜੀ, ਤੇ ਗੀਤਿਕਾ ਸ਼ਰਮਾ ਨਾਲ ਜੋ ਹੋਇਆ, ਗੋਪਾਲ ਕਾਂਡਾ ਨੇ ਜੋ ਕੀਤਾ, ਉਹ ਵੀ ਹਰਿਆਣੇ 'ਚ ਸੁਰਖੀਆਂ ਬਣਦੀਆਂ ਰਹੀਆਂ। ਤੇ ਡੀਜੀਪੀ ਰਠੌਰ ਨੇ ਜੋ ਕੀਤਾ ਸੀ ਇੱਕ ਲੜਕੀ ਨਾਲ, ਹਰਿਆਣੇ ਦਾ ਜਦੋਂ ਡੀਜੀਪੀ ਸੀ, ਉਹ ਵੀ ਸਾਰਿਆਂ ਨੂੰ ਯਾਦ ਹੈ। ਸੋ ਇਹ ਜਿਹੜਾ ਹੈ ਸਾਰਾ ਤਾਣਾ ਬਾਣਾ ਇਸ ਤਰ੍ਹਾਂ ਦਾ ਹੈ ਕਿ ਇਹਦੇ 'ਚ ਜਿਹੜੀ ਹੈ ਔਰਤ ਦੀ ਸੁਰੱਖਿਆ ਜਾਂ ਔਰਤ ਦਾ ਮਾਣ ਸਨਮਾਨ ਨਾਲ ਜੀਣਾ ਜਿਹੜਾ ਹੈ, ਇਹਦੇ ਤੇ ਪ੍ਰਸ਼ਨ ਚਿੰਨ੍ਹ ਸਾਰਾ ਜਿਹੜਾ ਹੈ ਉਹ ਖੜਾ ਹੁੰਦਾ ਹੈ। ਔਰਤ ਦਾ ਪ੍ਰਸ਼ਨ ਚਿੰਨ੍ਹ ਤਾਂ ਹੈ, ਲੇਕਿਨ ਇੱਕ ਚੀਜ਼ ਨੂੰ ਦੇਖੋ, ਇੱਕ ਚੀਜ਼ ਨੂੰ ਤੁਸੀਂ ਹਰ ਮਤਲਬ ਮੇਰਾ ਇਹ ਹੈ ਮਕਸਦ ਕਹਿਣ ਦਾ, ਵੀ ਹਰੇਕ ਚੀਜ਼ ਨੂੰ ਅਸੀਂ ਫਿਰਕੂ ਰੰਗਤ ਕਿਉਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਵੀ ਕਿਤੇ ਨਾ ਕਿਤੇ ਕਮੀ ਕਿਸ ਚੀਜ਼ 'ਚ ਹੈ। ਇੱਕ ਨੈਰੇਟਿਵ ਜਿਹੜਾ ਹੈ ਉਹ ਵੱਖਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬਜਾਏ ਕਿ ਉਹਨੂੰ ਕਾਨੂੰਨ ਵਿਵਸਥਾ ਦੀ ਸਮੱਸਿਆ ਹਾਂ ਬਿਲਕੁਲ, ਹਾਂ ਤੁਸੀਂ ਉਹਨੂੰ ਹਿੰਦੂ ਵਰਸਸ ਮੁਸਲਮਾਨ ਬਣਾ ਦਿੰਦੇ। ਬਿਲਕੁਲ, ਦੇਖੋ ਇੱਕ ਲੜਕਾ ਉਹਨੂੰ ਵਾਂਤਨ ਇੱਕ ਤਰਫਾ ਪਿਆਰ ਕਰਦਾ ਸੀਗਾ, ਉਹ ਲੜਕੀ ਨਹੀਂ ਸੀ ਮੰਨ ਰਹੀ, ਉਸਨੇ ਉਹਦਾ ਕਤਲ ਕਰ ਦਿੱਤਾ। ਕਤਲ ਕਰਨਾ ਇੱਕ ਅਲੱਗ ਚੀਜ਼ ਹੈ, ਗਲਤ ਚੀਜ਼ ਹੈ, ਉਹਨੂੰ ਕਤਲ ਦੀ ਸਜ਼ਾ ਮਿਲਣੀ ਚਾਹੀਦੀ ਹੈ, ਉਹ ਪਕੜਿਆ ਵੀ ਗਿਆ ਹੈ, ਉਹਨੂੰ ਸਜ਼ਾ ਵੀ ਮਿਲੇਗੀ। ਉਸ ਤੋਂ ਬਾਅਦ ਫਿਰ ਇਹ ਕਹਿ ਕੇ ਕੁਝ ਜਥੇਬੰਦੀਆਂ ਨੇ ਕਹਿਣਾ ਵੀ ਇਹ ਹਿੰਦੂ ਲੜਕੀ ਸੀ, ਉਹਦਾ ਧਰਮ ਪਰਿਵਰਤਨ ਕਰ ਰਿਹਾ ਸੀ, ਇਸ ਲਈ ਉਹ ਮੁਸਲਮਾਨ ਸੀ, ਉਹ ਮੁਸਲਮਾਨ ਕੀ ਸੀ, ਉਹ ਜਾਤੀ ਜਿਹੜੇ ਝਗੜੇ ਇਹ ਤਾਂ ਵਧਣਗੇ। ਜਿਹੜਾ ਮੈਂ ਜ਼ਿਕਰ ਕੀਤਾ ਪਹਿਲਾਂ ਜੈਸਿਕਾ ਲਾਲ ਦਾ, ਜਿਹਦਾ ਮਨੂ ਸ਼ਰਮਾ ਨੇ ਕਤਲ ਕੀਤਾ ਸੀ, ਗੀਤਿਕਾ ਸ਼ਰਮਾ ਦਾ, ਇਹ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਵੀ ਕੱਟਾ ਤਿੰਗੜਦਾ ਕਿੱਲੇ ਦੇ ਜ਼ੋਰ ਤੇ, ਕਿਤੇ ਨਾ ਕਿਤੇ ਉਹਨਾਂ ਨੂੰ ਪਿੱਛੋਂ ਕੋਈ ਸ਼ੈ ਹੁੰਦੀ ਹੈ, ਜਾਂ ਪੁਲਿਸ ਦੀ ਨਾਕਾਮਯਾਬੀ ਹੁੰਦੀ ਹੈ ਜਾਂ ਪੁਲਿਸ ਨਾਲ ਮਿਲੀ ਭੁਗਤ ਹੁੰਦੀ ਹੈ। ਪੁਲਿਸ ਦੀ ਸ਼ੈ ਨਾਲ ਗੋਲੀ ਤਾਂ ਮਾਰ ਦਿੱਤੀ, ਜਾਂ ਆਪਣੇ ਕਿਸੇ ਕੋਈ ਲੀਡਰ ਦਾ ਬੇਟਾ ਹੈ, ਕੋਈ ਲੀਡਰ ਦਾ ਭਤੀਜਾ ਹੈ, ਕਿਸੇ ਦਾ ਚਾਚਾ ਲੀਡਰ ਹੈ, ਮੰਨ ਲੈਂਦੇ ਹਾਂ ਗੋਲੀ ਮਾਰ ਦਿੱਤੀ, ਲੇਕਿਨ ਉਸ ਦੇ ਵਿੱਚ ਉਹਦੇ ਪਿਆਰ ਦੇ ਵਿੱਚ ਉਹਦੇ 'ਚ ਫਿਰਕੂ ਰੰਗਤ ਕਿਉਂ ਆਉਂਦੀ? ਇਹ ਤੁਹਾਡੀ ਗੱਲ ਠੀਕ ਹੈ ਕਿ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੁੱਦੇ ਤੋਂ ਧਿਆਨ ਜਿਹੜਾ ਭਟਕ ਕੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦਾ ਇਦਾਂ ਦਾ ਨੈਰੇਟਿਵ ਸਿਰਜੀਏ ਜਿਹੜਾ ਸਾਨੂੰ ਸਿਆਸੀ ਤੌਰ ਤੇ ਕਿਸੇ ਨਾ ਕਿਸੇ ਤਰ੍ਹਾਂ ਲਾਹੇਵੰਦ। ਬਿਲਕੁਲ, ਤੁਸੀਂ ਹਾਥਰਸ ਦੀ ਗੱਲ ਕੀਤੀ, ਹਾਥਰਸ ਬਿਲਕੁਲ ਹੈ ਠੀਕ ਹੈ, ਉਹ ਐਸਸੀ ਕਾਸਟ ਦੀ ਲੇਡੀ ਸੀਗੀ, ਲੜਕੀ ਸੀਗੀ, ਉਸ ਦੇ ਨਾਲ ਜੋ ਹੋਇਆ ਬਹੁਤ ਗਲਤ ਹੋਇਆ, ਲੇਕਿਨ ਫਿਰ ਉਸਨੂੰ ਉਸੇ ਤਰ੍ਹਾਂ ਹੀ ਡੀਲ ਕੀਤਾ ਜਾਂਦਾ ਵੀ ਠੀਕ ਹੈ, ਜਿਸ ਤਰ੍ਹਾਂ ਆਮ ਇੱਕ ਜਨਰਲ ਕੈਟਾਗਰੀ ਜਾਂ ਦੂਸਰੀ ਲੜਕੀ ਨਾਲ ਜੇ ਰੱਬ ਨਾ ਕਰੇ, ਲੇਕਿਨ ਉਹਨੂੰ ਰੰਗਤ ਹੋਰ ਦਿੱਤੀ ਗਈ। ਹੁਣ ਇਸ ਕੇਸ ਦੇ ਵਿੱਚ ਵੀ ਰੰਗਤ ਹੋਰ ਦਿੱਤੀ ਗਈ। ਸਿਰਫ ਇਸ ਮਾਮਲੇ 'ਚ ਨਹੀਂ, ਜਦੋਂ ਯੂਪੀ 'ਚ ਗੈਂਗਸਟਰ ਮਾਰੇ ਤਾਂ ਉਹਨਾਂ ਨੂੰ ਵੀ ਗੈਂਗਸਟਰਾਂ ਦੀ ਜਾਤੀ ਦਾ ਦੇਖ ਕੇ ਕਿ ਕਿਸ ਜਾਤੀ ਦਾ ਹੈ ਉਹ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੈਂ ਇਹੀ ਤਾਂ ਕਹਿ ਰਿਹਾ ਵੀ ਹਰ ਚੀਜ਼ ਨੂੰ ਕਿੱਧਰ ਜਾ ਰਹੀ ਹੈ, ਸਾਡੇ ਦੇਸ਼ ਦੀ ਕਿਆ ਹਾਲਾਤ ਕਿਆ ਬਣ ਰਹੇ ਆ ਵੀ ਅਸੀਂ ਜਾਤੀ ਧਰਮ ਆਪਣੀ ਇਸ ਦੇ ਨਾਂ ਦੇ ਉੱਤੇ ਹੀ ਲੜਨ ਲਈ ਰਹਿ ਗਏ। ਇਹ ਕਹਿ ਸਕਦੇ ਚਿੰਤਾਜਨਕ ਹੈ, ਚਿੰਤਾਜਨਕ ਹੈ ਬਿਲਕੁਲ। ਇਹ ਹਾਲਾਤ ਜੇ ਅਗਰ ਨਾ ਸੁਧਰੇ ਦੋਸਤੋ ਤਾਂ ਇਹ ਚਿੰਤਾਜਨਕ ਹੈ। ਫਿਰ ਵਾਕਈ ਗੱਲ ਠੀਕ ਹੈ, ਵਿਜ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ, ਅਨਿਲ ਵਿਜ ਸਾਹਿਬ ਨੇ, ਕਿ ਮੈਂ ਹਰਿਆਣੇ ਦੇ 2.5 ਕਰੋੜ ਲੋਕਾਂ ਨੂੰ ਨਿੱਜੀ ਸੁਰੱਖਿਆ ਨਹੀਂ ਦੇ ਸਕਦਾ, ਇਕੱਲੇ ਨੂੰ ਸੁਰੱਖਿਅਤ ਕਰਨਾ ਸਰਕਾਰ ਦਾ ਕੰਮ ਨਹੀਂ ਹੈ, ਇਹ ਸਾਨੂੰ ਸੋਚਣਾ ਪਏਗਾ। ਔਰ ਵਾਕਈ ਗੱਲ ਠੀਕ ਹੈ, ਹਿੰਦੂ ਸਿੱਖ ਧਰਮ ਮੁਸਲਮਾਨ ਇਹ ਭੁਲਾ ਕੇ ਅਗਰ ਕੋਈ ਵੀ ਬੰਦਾ ਗਲਤ ਕੰਮ ਕਰਦਾ ਤਾਂ ਉਸ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਇੱਕ ਮੁਸ਼ਤ ਜਿਹੜੀ ਆ ਆਵਾਜ਼ ਉਠਾਉਣੀ ਚਾਹੀਦੀ ਹੈ, ਨਾ ਕਿ ਕਿਸੇ ਜਾਤ ਦੇ ਨਾਂ 'ਤੇ ਜਾਂ ਧਰਮ ਦੇ ਨਾਂ 'ਤੇ ਆਪਸ ਦੇ ਵਿੱਚ ਦੰਗਾ ਭੜਕਾ ਕੇ ਸਾਨੂੰ ਲੜਨਾ ਚਾਹੀਦਾ। ਦੋਸਤੋ ਹੁਣ ਲੈਂਦੇ ਹਾਂ ਅਗਲੀ ਖਬਰ ਜਿਹੜੀ ਜੰਮੂ ਕਸ਼ਮੀਰ ਦੇ ਨਾਲ ਜੁੜੀ ਹੋਈ ਹੈ। ਅੱਜ ਅਗਰ ਅਸੀਂ ਅਖਬਾਰ ਪੜ੍ਹੀਏ ਤਾਂ ਉਸ ਦੇ ਵਿੱਚ ਬੜੀ ਵੱਡੀ ਸੁਰਖੀ ਸੀ ਕਿ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਮੁਤਾਬਕ ਅਗਰ ਤੁਹਾਡਾ ਜੰਮੂ ਕਸ਼ਮੀਰ ਦੇ ਵਿੱਚ ਘਰ ਲੈਣ ਦਾ ਸੁਪਨਾ ਹੈ ਤਾਂ ਤੁਸੀਂ ਉਸ ਨੂੰ ਹੁਣ ਸਾਕਾਰ ਕਰ ਸਕਦੇ ਹੋ। ਤੁਸੀਂ ਧਰਤੀ ਦੇ ਇਸ ਸਵਰਗ 'ਤੇ ਪਲਾਟ ਵੀ ਜਾ ਕੇ ਖਰੀਦ ਸਕਦੇ ਹੋ, ਲੇਕਿਨ ਹਾਲੇ ਤੱਕ ਤੁਸੀਂ ਜਿਹੜੀਆਂ ਹੈ ਐਗਰੀਕਲਚਰ ਲੈਂਡ ਜਿਹੜੀ ਹੈ ਉਹ ਨਹੀਂ ਖਰੀਦ ਸਕਦੇ। ਹੋਰ ਵੀ ਬਹੁਤ ਕੁਝ ਹਟਾਇਆ ਗਿਆ ਹੈ, ਕਈ ਅਮੈਂਡ ਕੀਤੇ ਗਏ ਨੇ ਉੱਥੇ ਦੇ, ਕਿਉਂਕਿ ਜਦੋਂ ਤੋਂ ਯੂਟੀ ਬਣਿਆ ਹੈ ਕੇਂਦਰ ਸਰਕਾਰ ਦਾ, ਕੇਂਦਰ ਸਰਕਾਰ ਦੇ ਅਧੀਨ ਆਇਆ ਹੈ ਜੰਮੂ ਕਸ਼ਮੀਰ, ਉਦੋਂ ਤੋਂ ਜਿਹੜੀ ਹੈ 370 ਜਿਹੜੀ ਹੈ ਉਹ ਹਟਾਈ ਗਈ ਹੈ। ਜਦੋਂ ਤੋਂ ਉਦੋਂ ਤੋਂ ਇਹ ਕਾਫੀ ਕੁਝ ਹੋਣ ਦੀ ਸੰਭਾਵਨਾ ਵੀ ਸੀ ਤੇ ਹੁਣ ਇਹ ਨੋਟੀਫਿਕੇਸ਼ਨ ਵੀ ਹੋ ਰਹੀ ਹੈ। ਹਾਲਾਂਕਿ ਵਿਰੋਧਤਾ ਇਹਦੀ ਕੀਤੀ ਜਾ ਰਹੀ ਹੈ, ਲੇਕਿਨ ਆਮ ਲੋਕ ਫਾਇਦੇ 'ਚ ਰਹਿਣਗੇ ਜੀ, ਕਿਉਂਕਿ ਬਹੁਤ ਸਾਰੇ ਉਸ ਲਈ ਕਹਿ ਰਹੇ ਸੀ ਅਸੀਂ ਹੁਣ ਜੀ ਪਲਾਟ ਲਵਾਂਗੇ, ਫਲੈਟ ਲਵਾਂਗੇ, ਬਹੁਤ ਸੁਪਨੇ ਆ ਸਾਡੇ ਜੀ, ਸਵਰਗ ਦੇ ਵਿੱਚ ਜਾ ਕੇ ਰਹਾਂਗੇ, ਜਿੰਦੇ ਜੀ ਸਵਰਗ ਦੇ ਵਿੱਚ ਜਾ ਕੇ ਰਹਾਂਗੇ। ਸੋ ਇਹੀ ਚੀਜ਼ਾਂ ਹੁਣ ਜਿਹੜੀਆਂ ਸਾਕਾਰ ਹੋਣਗੀਆਂ। ਡਾਕਟਰ ਸਾਹਿਬ ਗਰੀਬ ਬੰਦੇ ਲਈ ਤਾਂ ਫਲੈਟ ਲੈਣਾ ਕਈ ਵਾਰ ਇਹ ਅਨੰਦਪੁਰ ਸਾਹਿਬ ਦੇ ਆਸੇ-ਪਾਸੇ ਵੀ ਲੈਣਾ ਔਖਾ ਹੋ ਜਾਂਦਾ, ਤੇ ਉਹ ਤਾਂ ਫਿਰ ਜਿੱਦਾਂ ਤੁਸੀਂ ਕਿਹਾ ਧਰਤੀ ਦਾ ਸਵਰਗ ਹੈ, ਤੇ ਉੱਥੇ ਤਾਂ ਪਤਾ ਨਹੀਂ ਕੀਮਤਾਂ ਕਿੰਨੀਆਂ ਹੋਣੀਆਂ, ਸਾਡੀ ਤੁਹਾਡੀ ਜੇਬ ਨੇ ਇਜਾਜ਼ਤ ਦੇਣੀ ਕਿ ਨਹੀਂ ਦੇਣੀ,
ਉਹ ਤਾਂ ਫਿਰ ਉਹੀ ਕਾਰਪੋਰੇਟਸ ਘਰਾਣੇ ਜਿਹੜੇ ਵੱਡੇ ਵੱਡੇ ਇੰਡਸਟਰੀਅਲਿਸਟ ਉਹ ਜਿਹੜੇ ਤਾਂ ਲੈ ਹੋਟਲ ਸਕਦੇ ਖੋਲ੍ਹਣ ਲਈ ਤਿਆਰ ਹੈ, ਵੱਡੇ ਬਿਲਕੁਲ। ਵੱਡੇ ਹਸਪੀਟਲ ਖੋਲ੍ਹਣ ਲਈ ਤਿਆਰ ਹੈ। ਇਹ ਦਰਅਸਲ ਉਹਨਾਂ ਵਾਸਤੇ ਹੈ ਜੀ ਕਿ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਟੂਰਿਸਟ ਕੰਪਨੀਜ਼ ਹੈ, ਹੋਟਲਸ ਖੋਲ੍ਹਣੇ ਆ ਜਿਨ੍ਹਾਂ ਨੇ ਹਸਪੀਟਲਸ ਖੋਲ੍ਹਣੇ ਆ, ਉਹ ਮੰਗ ਕਰਦੇ ਸੀ ਕਿ ਸਾਨੂੰ ਉੱਥੇ ਜਿਹੜੀ ਹੈ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਉੱਥੇ ਇਨਵੈਸਟਮੈਂਟ ਕਰਨੀ ਚਾਹੁੰਦੇ ਹਾਂ। ਜੀ ਪਰ ਜੰਮੂ ਕਸ਼ਮੀਰ ਦੇ ਕਾਨੂੰਨ ਜਿਹੜੇ ਹੈ ਉਹ ਇਜਾਜ਼ਤ ਨਹੀਂ ਦਿੰਦੇ ਸੀ ਕਿ ਜੰਮੂ ਕਸ਼ਮੀਰ ਦੇ ਬਾਹਰਲੇ ਲੋਕ ਜਿਹੜੇ ਉੱਥੋਂ ਦੇ ਰੈਜ਼ੀਡੈਂਟ ਨਾ ਹੋਣ ਉੱਥੇ ਜ਼ਮੀਨ ਖਰੀਦ ਸਕਣ। ਤੇ ਹੁਣ ਕੇਂਦਰ ਸਰਕਾਰ ਨੇ ਇੰਨੀ ਕੁ ਖੁੱਲ੍ਹ ਦਿੱਤੀ ਹੈ ਕਿ ਤੁਸੀਂ ਜਿਹੜੀ ਹੈ ਗੈਰ ਖੇਤੀਬਾੜੀ ਪਰਪਸ ਵਾਸਤੇ ਜ਼ਮੀਨ ਉੱਥੇ ਖਰੀਦ ਸਕਦੇ ਹੋ, ਚਾਹੇ ਤੁਸੀਂ ਹਸਪੀਟਲ ਬਣਾਉਣਾ ਹੈ, ਚਾਹੇ ਤੁਸੀਂ ਸਕੂਲ ਖੋਲ੍ਹਣਾ ਹੈ, ਤੇ ਚਾਹੇ ਕੋਈ ਨਾ ਕੋਈ ਤਰ੍ਹਾਂ ਦਾ ਹੋਰ ਜਿਹੜਾ ਹੈ ਕੋਈ ਐਂਟਰਪ੍ਰੈਨਿਓਰਸ਼ਿਪ ਤੁਸੀਂ ਕਰਨੀ ਹੈ, ਉੱਥੇ ਬਿਜ਼ਨਸ ਕਰਨਾ ਹੈ। ਇਹ ਬੜੀ ਚਿਰ ਤੋਂ ਡਿਮਾਂਡ ਸੀ ਬਿਜ਼ਨਸਮੈਨ ਦੀ। ਜੀ ਪਰ ਜਿਵੇਂ ਤੁਸੀਂ ਕਿਹਾ ਜਿਹੜੇ ਲੋਕਲ ਲੋਕ ਚਿੰਤਤ ਇਸ ਕਰਕੇ ਹੁੰਦੇ ਨੇ ਕਿ ਲੋਕਲ ਲੋਕਾਂ ਕੋਲ ਉਨੀ ਸਮਰੱਥਾ ਨਹੀਂ ਹੁੰਦੀ। ਕਈ ਵਾਰ ਜਦੋਂ ਵੱਧ ਪੈਸੇ ਮਿਲਦੇ ਆ ਤਾਂ ਜ਼ਮੀਨਾਂ ਧੜਾ ਧੜ ਵਿਕਣ ਲੱਗ ਪੈਂਦੀਆਂ ਬਿਲਕੁਲ। ਤੇ ਉੱਥੇ ਦੇ ਲੋਕਲ ਲੋਕ ਕਈ ਵਾਰ ਉਸ ਖਿੱਤੇ ਚੋਂ ਬਾਹਰ ਹੋ ਜਾਂਦੇ ਤੇ ਬਾਹਰ ਲਿਆ ਕੇ ਜਿਹੜੇ ਕਬਜ਼ਾ ਕਰ ਲੈਂਦੇ। ਇਸ ਕਰਕੇ ਇਹ ਸੇਫਗਾਰਡ ਸੀ ਦਿੱਤਾ ਹੋਇਆ ਜੰਮੂ ਕਸ਼ਮੀਰ ਨੂੰ, ਤੇ ਦੇਸ਼ ਦੇ ਹੋਰ ਵੀ ਖਿੱਤਿਆਂ 'ਚ ਇਹ ਸੇਫਗਾਰਡ ਹੈ ਕਿ ਤੁਸੀਂ ਬਾਹਰ ਦੇ ਲੋਕ ਜਿਹੜੇ ਪੈਸੇ ਵਾਲੇ ਆ ਉੱਥੇ ਜਾ ਕੇ ਜ਼ਮੀਨਾਂ ਨਾ ਖਰੀਦ ਸਕਣ। ਸਾਡਾ ਗੁਆਂਢੀ ਹੈ ਹਿਮਾਚਲ ਪ੍ਰਦੇਸ਼, ਇੱਥੇ ਵੀ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਖੇਤੀਬਾੜੀ ਪਰਪਸ ਵਾਸਤੇ। ਜੀ ਤੇ ਹਿਮਾਚਲ ਦਾ ਵੀ ਹੋਰ ਥੋੜਾ ਜਿਹਾ ਪਛੜਿਆ ਇਲਾਕਾ ਹੈ ਕਿੰਨੌਰ ਜ਼ਿਲ੍ਹਾ। ਹਿਮਾਚਲ ਦੇ ਲੋਕ ਕਿੰਨੌਰ 'ਚ ਵੀ ਜ਼ਮੀਨ ਨਹੀਂ ਖਰੀਦ ਸਕਦੇ, ਉਹ ਉਹਨਾਂ ਨੂੰ ਥੋੜਾ ਸੇਫਗਾਰਡ ਦਿੱਤਾ ਹੋਇਆ। ਤੇ ਜ਼ਾਹਰਾ ਤੌਰ ਤੇ PDP ਨੇ ਤੇ ਉਮਰ ਅਬਦੁੱਲਾ ਨੇ ਇਹਨਾਂ ਦਾ ਵਿਰੋਧ ਕਰਨਾ ਸੀ। ਖਦਸ਼ਾ ਇਹਨਾਂ ਦੇ ਮਨ 'ਚ ਥੋੜਾ ਜਿਹਾ ਵੋਟਾਂ ਦੀ ਗਿਣਤੀਆਂ ਮਿਣਤੀਆਂ ਦਾ ਹੁੰਦਾ, ਕਿਉਂਕਿ ਇਹ ਕਿਹਾ ਜਾਂਦਾ ਕਿ ਭਾਰਤ ਦੀ ਇਹ ਮਨਸ਼ਾ ਹੈ ਕਿ ਉੱਥੇ ਉਹ ਜੰਮੂ ਕਸ਼ਮੀਰ 'ਚ ਇੱਧਰੋਂ ਲਿਆ ਕੇ ਲੋਕ ਜਿਹੜੇ ਉੱਥੇ ਵਸਾਏ ਜਾਣ, ਉੱਥੋਂ ਦੀ ਡੈਮੋਗ੍ਰਾਫੀ ਥੋੜੀ ਚੇਂਜ ਕੀਤੀ ਜਾਵੇ, ਕਿਉਂਕਿ ਉੱਥੇ ਮੁਸਲਿਮ ਮੈਜੋਰਿਟੀ ਹੈ। ਉਸ ਮੈਜੋਰਿਟੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਾਈਨੋਰਿਟੀ 'ਚ ਬਦਲਿਆ ਜਾਵੇ। ਇਹ ਕਿਤੇ ਨਾ ਕਿਤੇ PDP ਤੇ ਉਮਰ ਅਬਦੁੱਲਾ ਹੋਰ ਇਲਜ਼ਾਮ ਲਾਉਂਦੇ ਆ ਕਿ ਭਾਰਤ ਦੀ ਮਨਸ਼ਾ ਇਹ ਹੈ ਕਿ ਉੱਥੇ ਦੀ ਡੈਮੋਗ੍ਰਾਫੀ ਜਿਹੜੀ ਹੈ ਉਹ ਚੇਂਜ ਕੀਤੀ ਜਾਵੇ ਤਾਂ ਕਿ ਭਾਰਤ ਨੂੰ ਥੋੜਾ ਜਿਹਾ ਸੁਖਾਲਾ ਹੋ ਜਾਵੇ। ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਸ਼ਮੀਰ ਸਾਡੇ ਲਈ ਹਮੇਸ਼ਾ ਦੁੱਖ ਦੀ ਲੱਗ ਰਹੀ ਹੈ। ਉਹਨੂੰ ਕਿੱਦਾਂ ਹੱਲ ਕਰਨਾ, ਕਿੱਦਾਂ ਨਹੀਂ ਕਰਨਾ, ਇਹ ਹਰੇਕ ਸਰਕਾਰ ਦੀ ਜਿਹੜੀ ਹੈ ਉਹ ਚਿੰਤਾ ਰਹੀ ਹੈ। ਸੋ ਹੁਣ ਇਹ ਐਕਟ ਕੀਤਾ ਹੈ, ਦੇਖੋ ਇਹਦੇ ਨਾਲ ਇਨਵੈਸਟਮੈਂਟ ਕਿੰਨੀ ਕੁ ਆਉਂਦੀ ਹੈ, ਇਹਦੇ ਨਾਲ ਲੋਕਾਂ ਦਾ ਭਲਾ ਕਿੰਨਾ ਕੁ ਹੁੰਦਾ ਹੈ, ਤੇ ਇਹਦੇ ਨਾਲ ਡੈਮੋਗ੍ਰਾਫੀ ਤੇ ਕੀ ਫਰਕ ਪੈਂਦਾ ਹੈ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ। ਆਉਣ ਵਾਲਾ ਸਮਾਂ ਦੱਸੇਗਾ, ਲੇਕਿਨ ਸਾਡਾ ਸਮਾਂ ਜਿਹੜਾ ਹੈ ਉਸਨੇ ਦੱਸ ਦਿੱਤਾ ਕਿ ਘੰਟੀ ਵੱਜ ਗਈ ਹੈ, ਤੁਸੀਂ ਆਪਣਾ ਇੱਕ ਪ੍ਰੋਗਰਾਮ ਜਿਹੜਾ ਖਤਮ ਕਰਨਾ ਹੈ। ਦੋਸਤੋ ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਵੀ ਰਹਿਣਾ। ਹਰ ਬੁੱਧਵਾਰ ਤੇ ਐਤਵਾਰ ਰਾਤ ਨੂੰ 8 ਵਜੇ ਅਸੀਂ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਹਾਜ਼ਰ ਹੁੰਦੇ ਹਾਂ। ਤੁਸੀਂ ਇਸ ਨੂੰ ਦੇਖਦੇ ਹੋ, ਪਸੰਦ ਕਰਦੇ ਹੋ, ਸਾਨੂੰ ਆਪਣੇ ਕਮੈਂਟਸ ਕਰਦੇ ਹੋ, ਕਮੈਂਟ ਵੀ ਕਰਦੇ ਰਹਿਣਾ। ਨਾਲ ਹੀ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਹਾਲੇ ਤੱਕ ਸਾਡਾ SDTV ਪ੍ਰਾਈਮ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਘੰਟੀ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਅਸੀਂ ਜਦੋਂ ਵੀ ਪ੍ਰੋਗਰਾਮ ਹੋਰ ਵੀ ਕੋਈ ਪਾਈਏ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਸਾਡੀ ਜ਼ਰੂਰ ਪੁੱਜੇ। ਰਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਨਮਸਕਾਰ।